ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪੰਜਵਾ। ਸ਼ੰਤ ਘਰ ਛੇਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਸਾ ਰਾਗ ਵਿੱਚ ਛੇਵੇਂ ਘਰ ਸੁਰਤਾਲ ਵਿੱਚ ਸ਼ੰਤ ਜਸ ਰੂਪ ਬਾਣੀ ਉਚਾਰਨ ਕਰਦੇ ਹਨ। ਮੰਗਲ ਕਰਦੇ ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਸਲੋਕ। ਸਲੋਕ ਇਹ ਛੰਦ ਦਾ ਨਾਮ ਹੈ। ਸੰਸਕ੍ਰਿਤ ਭਾਸ਼ਾ ਵਿੱਚ ਅਨੁਸ਼ਟੁਭ ਛੰਦ ਨੂੰ ਸਲੋਕ ਆਖਿਆ ਗਿਆ ਹੈ, ਜਿਸ ਵਿੱਚ 16-16 ਅੱਖਰਾਂ ਦੀਆਂ 2 ਸਤਰਾਂ ਅਤੇ 8-8 ਅੱਖਰਾਂ ਦੇ 4 ਪਦ ਭਾਵ ਕੁੱਲ 32 ਅੱਖਰ ਹੁੰਦੇ ਹਨ। ਹਰ ਇੱਕ ਪਦ ਦਾ 5ਵਾਂ ਅੱਖਰ ਲਘੂ ਅਤੇ 6ਵਾਂ ਗੁਰੂ ਹੁੰਦਾ ਹੈ। ਦੂਜੇ ਅਤੇ ਚੌਥੇ ਪਦ ਵਿੱਚ 7ਵਾਂ ਅੱਖਰ ਲਘੂ ਹੋਣਾ ਜ਼ਰੂਰੀ ਹੈ। ਸਤਿਗੁਰਾਂ ਨੇ ਗੁਰਬਾਣੀ ਵਿੱਚ ਕਈ ਸਲੋਕ ਦੋਹੇ ਦੀ ਚਾਲ ਵਾਲੇ, 24-24 ਮਾਤਰਾ ਵਾਲੇ, 13-11 ਉੱਤੇ ਵਿਸਰਾਮ ਦੇ ਕੇ ਮਾਤਰਕ ਛੰਦ ਅਤੇ ਲਘੂ ਵਾਲਿਆਂ ਨੂੰ ਵੀ ਸਲੋਕ ਆਖਿਆ। ਜਿਵੇਂ ਸਲੋਕ ਮਹੱਲਾ ਨਾਵਾ, ਇਸ ਦੇ ਸਿਰਲੇਖ ਹੇਠ ਲਿਖੇ ਹਨ। ਸਲੋਕ ਦੇ ਕੋਸ਼ਾਨੁਸਾਰ ਕਈ ਅਰਥ ਹਨ, ਜਿਵੇਂ ਜਸ ਸਵੈ ਲੋਕ ਭਾਵ ਚਾਰੇ ਪ੍ਰਕਾਰ ਦੀਆਂ ਮੁਕਤੀਆਂ, ਜਿਨ੍ਹਾਂ ਵਿੱਚੋਂ ਇੱਕ ਪ੍ਰਕਾਰ ਦੀ ਮੁਕਤੀ ਸਲੋਕਿਆ ਭਾਵ ਸਵੈ ਆਪਣੇ ਆਪ ਤੋਂ ਲੋ ਪ੍ਰਕਾਸ਼ ਕੋ ਨਾਮ ਕਰਨੇ ਵਾਲਾ ਭਾਵ ਬ੍ਰਹਮ ਭਾਵ ਉਸ ਦੀ ਪ੍ਰਾਪਤੀ ਕਰਾਉਣ ਵਾਲਾ। ਪਰ ਇੱਥੇ ਸਲੋਕ ਦਾ ਸੰਬੰਧ ਇੱਕ ਪ੍ਰਕਾਰ ਦੇ ਛੰਦ ਨਾਲ ਹੀ ਹੈ। ਜਾ ਕੋ ਭਏ ਕਿਰਪਾਲ ਪ੍ਰਭ ਹਰ ਹਰ ਸੇਈ ਜਪਾਤ। ਹੇ ਭਾਈ, ਜਿਨ੍ਹਾਂ ਉੱਤੇ ਪ੍ਰਭੂ ਵਾਹਿਗੁਰੂ ਨੇ ਪੂਰਬਲੇ ਕਰਮਾਂ ਦੇ ਪ੍ਰੇਰੇ ਕਿਰਪਾਲੂ ਦਿਆਲੂ ਹੋਏ ਹਨ, ਉਹ ਪੁਰਖ ਸਤਿਗੁਰਾਂ ਦੇ ਉਪਦੇਸ਼ ਦੁਆਰਾ ਹਰੀ ਹਰ ਪਰਮੇਸ਼ਰ ਦੇ ਨਾਮ ਨੂੰ ਜਪਾਤ ਜਪਦੇ ਅਤੇ ਜਪਾਉਂਦੇ ਹਨ। ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਓ ਭੇਟਤ ਸਾਧ ਸੰਗਾਤ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਦੀ ਰਾਮ ਪਰਮੇਸ਼ਰ ਦੇ ਨਾਮ ਨਾਲ ਪ੍ਰੀਤੀ ਲੱਗੀ ਹੈ, ਜਿਹੜੇ ਸਾਧ ਸ੍ਰੇਸ਼ਟ ਗੁਰਮੁਖਾਂ ਦੀ ਸੰਗਤ ਨਾਲ ਭੇਟਤ ਮਿਲਦੇ ਹਨ। ਸ਼ੰਤ। ਜਲ ਦੁੱਧ ਨਿਆਈ ਰੀਤ, ਅਬ ਦੁੱਧ ਆਚ ਨਹੀਂ ਮਨ ਐਸੀ ਪ੍ਰੀਤ ਹਰੇ। ਹੇ ਮਨਾ, ਪਰਮੇਸ਼ਰ ਦੇ ਨਾਲ ਇਹੋ ਜਿਹੀ ਪ੍ਰੀਤੀ ਕਰ, ਜੈਸੀ ਕਹੀਏ ਜਲ ਪਾਣੀ ਤੇ ਦੁੱਧ ਦੀ ਆਪਸ ਵਿੱਚ ਪ੍ਰੀਤੀ ਮਰਿਆਦਾ ਹੈ। ਤੂੰ ਵੀ ਪਾਣੀ ਤੇ ਦੁੱਧ ਦੀ ਨਿਆਈ ਵਾਂਗ ਪ੍ਰੀਤੀ ਕਰ। ਜਿਵੇਂ ਪਾਣੀ ਦੁੱਧ ਨਾਲ ਪ੍ਰੇਮ ਕਰਦਾ ਹੈ, ਭਾਵ ਜਿਤਨਾ ਚਿਰ ਦੁੱਧ ਵਿੱਚ ਪਾਣੀ ਰਹਿੰਦਾ ਉਤਨਾ ਚਿਰ ਅਬ ਹੁੰਦਾ ਪਾਣੀ ਦੁੱਧ ਨੂੰ ਅੱਗ ਦਾ ਆਚ ਸੇਕ ਨਹੀਂ ਲੱਗਣ ਦਿੰਦਾ, ਭਾਵ ਪਾਣੀ ਹੀ ਸੜਦਾ ਰਹਿੰਦਾ, ਐਸੀ ਦੁੱਧ ਨਾਲ ਪ੍ਰੀਤੀ ਨਿਭਾਉਂਦਾ ਹੈ। ਅਰਥਾਤ ਜਿਹੜਾ ਪਾਣੀ ਦੁੱਧ ਦੇ ਨਾਲ ਮਿਲ ਜਾਂਦਾ ਹੈ, ਦੁੱਧ ਉਸ ਪਾਣੀ ਨੂੰ ਆਪਣਾ ਰੂਪ ਬਣਾ ਕੇ ਆਪਣੇ ਭਾਅ ਹੀ ਵਿਕਾ ਦਿੰਦਾ ਹੈ। ਇਸੇ ਪ੍ਰਕਾਰ ਹੈ ਮਨਾ, ਤੂੰ ਦੁੱਧ ਦੀ ਨਿਆਈ ਪਰਮੇਸ਼ਰ ਨੂੰ ਜਾਣ ਕੇ ਜਲ ਦੀ ਨਿਆਈ ਉਸ ਵਿੱਚ ਮਿਲਣਾ ਕਰ, ਕਿਉਂਕਿ ਜੋ ਉਸ ਦੁੱਧ ਰੂਪ ਪਰਮੇਸ਼ਰ ਵਿੱਚ ਮਿਲੇ ਹਨ, ਉਹਨਾਂ ਦਾ ਪਰਮੇਸ਼ਰ ਨੇ ਸੰਸਾਰ ਵਿੱਚ ਆਪਣੇ ਜਿੰਨਾ ਹੀ ਜਸ ਕਰਾਉਣ ਰੂਪ ਮੁੱਲ ਪਵਾ ਦਿੱਤਾ ਹੈ। ਅਬ ਉਰਜਿਓ ਅਲ ਕਮਲੇਹ ਬਾਸਨ ਮਾਹੇ ਮਗਨ ਇਕ ਖਿਨ ਭੀ ਨਾਹੇ ਟਰੈ। ਅਬ ਕਹੀਏ ਹੁਣ ਹੋਰ ਦ੍ਰਿਸ਼ਟਾਂਤ ਸੁਣੋ। ਜਿਵੇਂ ਅਲ ਭੌਰਾ ਕਮਲੇ ਕਮਲ ਫੁੱਲਾਂ ਵਿੱਚ ਫਸਿਆ ਰਹਿੰਦਾ ਹੈ, ਕਿਉਂਕਿ ਭੌਰਾ ਕਮਲਾਂ ਦੀ ਬਾਸਨ ਵਾਸ਼ਨਾ ਸੁਗੰਧੀ ਲੈਣ ਵਿੱਚ ਮਸਤ ਰਹਿੰਦਾ ਹੈ ਅਤੇ ਛਿਨ ਵਿੱਚ ਹੀ ਕਮਲ ਫੁੱਲ ਦੀ ਸੁਗੰਧੀ ਤੋਂ ਪਾਸੇ ਟਲ ਕੇ ਨਹੀਂ ਜਾਂਦਾ। ਖਿਨ ਨਾਹਿ ਟਰੀਐ ਪ੍ਰੀਤ ਹਰੀਐ ਸੀਗਾਰ ਹਬ ਰਸ ਅਰਪੀਐ। ਪਾਤਸ਼ਾਹ ਜੀ ਫਰਮਾਉਂਦੇ ਹਨ, ਇਸ ਕਰਕੇ ਛਿਨ ਮਾਤਰ ਵੀ ਭਗਤੀ ਕਰਨ ਵੱਲੋਂ ਨਹੀਂ ਟਲਣਾ ਚਾਹੀਦਾ, ਸਗੋਂ ਪਰਮੇਸ਼ਰ ਦੀ ਪ੍ਰੀਤੀ ਵਿੱਚ ਲੱਗੇ ਰਹੀਏ
ਅਤੇ ਸਾਧਨਾ ਰੂਪੀ ਹੱਬ ਸਾਰੇ ਸੀਗਾਰ ਸੁਹੱਪਣ ਸਮੱਗਰੀ ਦਾ ਮਾਣ ਅਤੇ ਦੁਨੀਆ ਦੇ ਪਦਾਰਥ ਆਦਿ ਇਹਨਾਂ ਦੇ ਰਸਾਂ ਕਸਾਂ ਨੂੰ ਪ੍ਰੇਮ ਵੀ ਮਹਾਰਾਜ ਨੂੰ ਅਰਪਣਾ ਕਰੀਏ, ਭਾਵ ਭੇਟਾ ਕਰ ਦਈਏ। ਜਹ ਦੁਖ ਸੁਣੀਐ ਜਮ ਪੰਥ ਭਣੀਐ, ਤਹ ਸਾਧ ਸੰਗ ਨ ਡਰ ਪੀਐ। ਸ਼ਾਸਤਰਾਂ ਦੁਆਰਾ ਜਿੱਥੇ ਪ੍ਰਲੋਕ ਵਿੱਚ ਅਸਪੱਤਰ ਵਣਾ ਆਦਿਕ ਦਾ ਦੁੱਖ ਪ੍ਰਾਪਤ ਹੁੰਦਾ ਸੁਣੀਦਾ, ਅਤੇ ਜੋ ਬਹੁਤ ਦੁਖਦਾਇਕ ਜਮਦੂਤਾਂ ਦਾ ਪੰਥ ਰਸਤਾ ਭਣੀਐ ਕਹੀਦਾ, ਜੇਕਰ ਸਾਧ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਚਿੱਤ ਜੁੜ ਜਾਵੇ ਅਤੇ ਮਨ ਵਾਹਿਗੁਰੂ ਦੀ ਪ੍ਰੀਤੀ ਵਿੱਚ ਰੰਗਿਆ ਜਾਵੇ, ਤਾਂ ਫਿਰ ਉੱਥੇ ਪਰਲੋਕ ਵਿੱਚ ਡਰੀਦਾ ਨਹੀਂ ਹੈ। ਕਰ ਕੀਰਤ ਗੋਵਿੰਦ ਗੁਣੀਐ, ਸਗਲ ਪਰਾਸ਼ਤ ਦੁਖ ਹਰੇ। ਹੇ ਭਾਈ, ਕੀਰਤਨ ਭਗਤੀ ਕਰਕੇ ਗੋਬਿੰਦ ਪਰਮੇਸ਼ਰ ਦੇ ਗੁਣਾਂ ਨੂੰ ਵਿਚਾਰਨਾ ਕਰੀਏ, ਜਿਸ ਕਰਕੇ ਸਗਲ ਸਾਰੇ ਹੀ ਪ੍ਰਾਸ਼ਿਤ ਪਾਪ ਅਤੇ ਜੰਮਣ ਮਰਨ ਦੇ ਦੁੱਖ ਕਸ਼ਟ ਨਾਸ਼ ਹੋ ਜਾਣਗੇ। ਕਹੋ ਨਾਨਕ ਸੰਤ ਗੋਬਿੰਦ ਹਰਿ ਕੇ, ਮਨ ਹਰਸਿਓ ਨੇਹ ਕਰੇਹੁ, ਐਸੀ ਮਨ ਪ੍ਰੀਤ ਹਰੇ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਗੋਬਿੰਦ ਗੋ ਧਰਤੀ ਦੀ ਵਿੰਦ ਰੱਖਿਆ ਕਰਨ ਵਾਲੇ ਹਰ ਪਰਮੇਸ਼ਰ ਦੇ ਸ਼ੰਤ ਜਸ ਨੂੰ ਉਚਾਰਨ ਕਰਦੇ ਹਾਂ। ਹੇ ਮੇਰੇ ਮਨਾ, ਉਸ ਪਰਮੇਸ਼ਰ ਦੇ ਨਾਲ ਨੇਹ ਪ੍ਰੇਮ ਕਰੋ ਕਰ ਅਤੇ ਮਨ ਹਿਰਦੇ ਵਿੱਚ ਪਰਮੇਸ਼ਰ ਨਾਲ ਅਜਿਹੀ ਪ੍ਰੀਤੀ ਸਨੇਹ ਕਰ ਜੋ ਪਿੱਛੇ ਕਥਨ ਕੀਤੀ ਹੈ ਜਾਂ ਅੱਗੇ ਕਥਨ ਕਰਨੀ ਹੈ। ਜੈਸੀ ਮਛਲੀ ਨੀਰ ਇੱਕ ਖਿਨ ਭੀ ਨਾ ਧੀਰੇ, ਮਨ ਐਸਾ ਨੇਹ ਕਰੇਹੁ। ਜਿਸ ਪ੍ਰਕਾਰ ਮੱਛੀ ਪਾਣੀ ਨਾਲ ਪ੍ਰੇਮ ਕਰਦੀ ਅਤੇ ਪਾਣੀ ਨਾਲੋਂ ਵਿਛੜ ਕੇ ਛਿਨ ਮਾਤਰ ਵੀ ਧੀਰਜ ਨਹੀਂ ਕਰਦੀ, ਇਉਂ ਮਹਾਰਾਜ ਦੇ ਮਿਲੇ ਤੋਂ ਬਿਨਾਂ ਇੱਕ ਛਿਨ ਮਾਤਰ ਵੀ ਧੀਰਜ ਨਹੀਂ ਪਕੜਨੀ ਚਾਹੀਦੀ। ਇਸੇ ਪ੍ਰਕਾਰ ਹੀ ਮਨਾ, ਇਹੋ ਜਿਹਾ ਨੇਹ ਪ੍ਰੇਮ ਸਨੇਹ ਭਾਵ ਪਰਮੇਸ਼ਰ ਨਾਲ ਕਰ। ਪਾਤਸ਼ਾਹ ਸ੍ਰੀ ਰਾਗ ਵਿੱਚ ਫਰਮਾਉਂਦੇ ਨਾ, ਰੇ ਮਨ ਐਸੀ ਹਰਸਿਓ ਪ੍ਰੀਤ ਕਰ, ਜੈਸੀ ਮਛਲੀ ਨੀਰ, ਜਿਉ ਅਦਕੋ ਤਿਉ ਸੁਖ ਘਣੋ, ਮਨ ਤਨ ਸਾਤ ਸਰੀਰ। ਜੈਸੀ ਚਾਤ੍ਰਿਕ ਪਿਆਸ ਖਿਨ ਖਿਨ ਬੂੰਦ ਚਵੈ, ਬਰਸ ਸੁਹਾਵੇ ਮੇਹੁ। ਜਿਸ ਪ੍ਰਕਾਰ ਚਾਤ੍ਰਿਕ ਬੰਬੀਹੇ ਨੂੰ ਸੁਆਂਤੀ ਬੂੰਦ ਦੀ ਪ੍ਰਾਪਤੀ ਦੀ ਪਿਆਸ ਇੱਛਾ ਤ੍ਰੇਹ ਹੁੰਦੀ ਹੈ ਨਾ, ਉਹ ਛਿਨ ਛਿਨ ਕਾਲ ਵਿੱਚ ਸੁਆਂਤੀ ਬੂੰਦ ਵਾਸਤੇ ਪ੍ਰਿਉ ਪ੍ਰਿਉ ਸ਼ਬਦ ਚਵੈ ਹੁੰਦਾ ਉਚਾਰਦਾ ਹੈ ਕਿ ਹੇ ਸੁਹਾਵੈ ਸ਼ੋਭਨੀਕ ਬਦਲੋ, ਸੁਆਂਤੀ ਬੂੰਦ ਬਰਸਾਵੋ। ਵਰਖਾ ਹੋਣ ਕਰਕੇ ਖੇਤੀਆਂ ਤਾਂ ਹਰੀਆਂ ਹੋ ਜਾਂਦੀਆਂ, ਪਰੰਤੂ ਜੇਕਰ ਇੱਕ ਸੁਆਂਤੀ ਬੂੰਦ ਨਾ ਵਰਸੇ ਤਾਂ ਬਬੀਹੇ ਦੇ ਹੋਰ ਵਰਖਾ ਕਿਸ ਕੰਮ ਹੈ। ਇਸੇ ਪ੍ਰਕਾਰ ਸਤਿਗੁਰੂ ਦੱਸਦੇ ਆ ਕਿ ਜਿਹੜੀ ਇਹ ਸੁਆਂਤੀ ਬੂੰਦ ਹੈ, ਇਸੇ ਪ੍ਰਕਾਰ ਬੰਬੀਹੇ ਦੀ ਨਿਆਈ ਜਗਿਆਸੂ ਰੂਪ ਪ੍ਰੇਮੀ ਦੇ ਚਿੱਤ ਨੂੰ ਪਰਮੇਸ਼ਰ ਦੀ ਅਭੇਦ ਨਿਸ਼ਚੇ ਰੂਪੀ ਸੁਆਂਤੀ ਬੂੰਦ ਦੀ ਪਿਆਸ ਲੱਗੀ ਹੋਈ, ਜੋ ਖਿਨ ਖਿਨ ਕਾਲ ਵਿੱਚ ਅਭੇਦ ਨਿਸ਼ਚੇ ਰੂਪੀ ਸੁਆਂਤੀ ਬੂੰਦ ਵਾਸਤੇ ਜੀਵ ਈਸ਼ ਦੀ ਏਕਤਾ ਰੂਪ ਸੁਆਂਤੀ ਬੂੰਦ ਵਾਸਤੇ ਬੋਲਦਾ ਹੈ ਕਿ ਹੇ ਗੁਰੂ ਰੂਪ ਬਦਲੋ, ਸ਼ੋਭਨੀਕ ਉਪਦੇਸ਼ ਰੂਪੀ ਜਲ ਦੀ ਵਰਖਾ ਕਰੋ। ਤਾਂ ਗੁਰੂ ਰੂਪੀ ਬੱਦਲ ਸ਼ੋਭਨੀਕ ਉਪਦੇਸ਼ ਰੂਪੀ ਜਲ ਦੀ ਵਰਖਾ ਕਰਦੇ ਹਨ, ਜਿਸ ਕਰਕੇ ਸ਼ੁਭ ਗੁਣਾ ਰੂਪੀ ਖੇਤੀ ਤਾਂ ਹਰੀ ਭਰੀ ਹੋ ਜਾਂਦੀ ਹੈ। ਪਰੰਤੂ ਜੇਕਰ ਗੁਰੂ ਇੱਕ ਪਰਮੇਸ਼ਰ ਦੀ ਅਭੇਦ ਨਿਸ਼ਚੇ ਰੂਪ ਸੁਆਂਤੀ ਬੂੰਦ ਦੀ ਵਰਖਾ ਨਾ ਕਰਨ, ਤਾਂ ਉੱਤਮ ਜਗਿਆਸੂ ਰੂਪ ਬੰਬੀਹੇ ਦੀ ਪਿਆਸ ਨਹੀਂ ਮਿਟਦੀ। ਹਰ ਪ੍ਰੀਤ ਕਰੀਜੈ ਇਹੋ ਮਨ ਦੀਜੈ, ਅਤ ਲਾਈਐ ਚਿਤ ਮੁਰਾਰੀ। ਇਸ ਕਰਕੇ ਹੇ ਹਰੀ ਪਰਮੇਸ਼ਰ ਨਾਲ ਇਹੋ ਜਿਹੀ ਪ੍ਰੀਤੀ ਕਰੀਏ ਕਿ ਮਨ ਹਿਰਦਾ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਅਰਪਣ ਕਰ ਦਈਏ, ਅਤੇ ਜੋ ਸਰਗੁਣ ਸਰੂਪ ਧਾਰ ਕੇ ਮੁਰਾਰੀ ਮੁਰ ਦੈਂਤ ਦਾ ਦੁਸ਼ਮਣ ਬਿਰਤੀ ਅਰੂੜ ਚੇਤਨ ਹੋ ਕੇ ਜੋ ਮੋਹ ਆਦਿਕਾਂ ਦਾ ਦੁਸ਼ਮਣ ਹੈ, ਉਸ ਦੇ ਨਾਮ ਵਿੱਚ ਅਤਿਅੰਤ ਮਨ ਨੂੰ ਲਾਈਏ। ਮਾਨ ਨ ਕੀਜੈ ਸਰਣ ਪਰੀਜੈ, ਦਰਸ਼ਨ ਕਉ ਬਲਹਾਰੀ। ਆਪਣੇ ਸਾਧਨਾ ਦਾ ਕਿ ਮੇਰੇ ਵਿੱਚ ਵੈਰਾਗ ਵਿਵੇਕ ਖੜ ਸੰਪਤੀ ਆਦਿ ਸਾਧਨ ਹਨ ਜਾਂ ਗੁਣਾਂ ਦਾ ਮਾਣ ਹੰਕਾਰ ਨਾ ਕਰੀਏ, ਸਗੋਂ ਸਤਿਗੁਰਾਂ ਦੀ ਸ਼ਰਨ ਓਟ ਵਿੱਚ ਪਏ ਰਹੀਏ। ਸਤਿਗੁਰਾਂ ਦੀ ਸ਼ਰਨ ਪੈ ਕੇ ਵਾਹਿਗੁਰੂ ਦੇ ਦਰਸ਼ਨ ਦੀਦਾਰਾਂ ਉੱਪਰੋਂ
ਬਲਹਾਰ ਕੁਰਬਾਨ ਜਾਈਏ। ਗੁਰ ਸੋ ਪ੍ਰਸੰਨੇ ਮਿਲਨਾਹ ਵਿਸ਼ੁੰਨੇ ਧਨ ਦੇਦੀ ਸਾਚ ਸਨੇਹਾ। ਹੇ ਭਾਈ, ਜਿਨ੍ਹਾਂ ਤੇ ਸੱਚੇ ਸਤਿਗੁਰੂ ਸਾਹਿਬ ਜੀ ਭਲੀ ਪ੍ਰਕਾਰ ਕਰਕੇ ਪ੍ਰਸੰਨਤਾ ਸਹਿਤ ਹੋਏ ਹਨ, ਉਹਨਾਂ ਜਗਿਆਸੂ ਰੂਪ ਵਿਛੜੀਆਂ ਇਸਤਰੀਆਂ ਨੂੰ ਨਾਹ ਪਤੀ ਅਕਾਲ ਪੁਰਖ ਮਿਲ ਗਿਆ ਹੈ। ਇਸ ਪ੍ਰਕਾਰ ਪ੍ਰੇਮ ਕਰਨ ਨਾਲ ਜਦੋਂ ਸਤਿਗੁਰੂ ਸਾਹਿਬ ਜੀ ਭਲੀ ਪ੍ਰਕਾਰ ਪ੍ਰਸੰਨਤਾ ਦੇ ਸਹਿਤ ਹੁੰਦੇ ਹਨ, ਤਦ ਜਗਿਆਸੂ ਰੂਪ ਇਸਤਰੀ ਗੁਰਾਂ ਦੁਆਰਾ ਉਪਦੇਸ਼ ਸਰਵਣ ਕਰਕੇ ਸੱਚੇ ਪਰਮੇਸ਼ਰ ਦੀ ਪ੍ਰਾਪਤੀ ਦਾ ਸਨੇਹਾ ਕਹੀਏ ਸੰਦੇਸ਼ਾ ਦਿੰਦੀ ਭਾਵ ਭੇਜਦੀ ਹੈ। ਕਿਸ ਪ੍ਰਕਾਰ ਮੈਨੂੰ ਜਗਿਆਸੂ ਰੂਪ ਵਿਛੜੀ ਹੋਈ ਇਸਤਰੀ ਨੂੰ ਪਤੀ ਪਰਮੇਸ਼ਰ ਦਾ ਮਿਲਾਪ ਹੋਵੇ। ਕਹੋ ਨਾਨਕ ਸੰਤ ਅਨੰਤ ਠਾਕੁਰ ਕੇ ਹਰ ਸਿਉ ਕੀਜੈ ਨੇਹਾ ਮਨ ਐਸਾ ਨੇਹ ਕਰੇਹੋ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਅਨੰਤ ਅੰਤ ਤੋਂ ਰਹਿਤ ਠਾਕੁਰ ਪਰਮੇਸ਼ਰ ਦੇ ਜਸ ਨੂੰ ਗਾਉਂਦੇ ਹਾਂ ਕਿ ਹੇ ਮੇਰੇ ਮਨਾ, ਹਰ ਅਕਾਲ ਪੁਰਖ ਨਾਲ ਐਸਾ ਪ੍ਰੇਮ ਕਰ ਜੈਸਾ ਮੱਛੀ ਨੇ ਜਲ ਨਾਲ ਤੇ ਬੰਬੀਹੇ ਨੇ ਸਵਾਂਤੀ ਬੂੰਦ ਨਾਲ ਪ੍ਰੇਮ ਕੀਤਾ ਹੈ। ਕਿਹੋ ਜਿਹਾ ਪ੍ਰੇਮ ਕਰੀਏ? ਹੇ ਮਨਾ, ਇਹੋ ਜਿਹਾ ਪ੍ਰੇਮ ਕਰ। ਚੱਕਵੀ ਸੂਰ ਸਨੇਹ ਚਿਤਵੈ ਆਸਕਣੀ ਕਦ ਦਿਨਿਅਰ ਦੇਖੀਐ। ਜਿਸ ਪ੍ਰਕਾਰ ਚੱਕਵੀ ਸੂਰ ਸੂਰਜ ਦੇ ਨਾਲ ਸਨੇਹ ਪ੍ਰੇਮ ਕਰਕੇ ਕਣੀ ਬਹੁਤ ਆਸਾ ਲਾ ਕੇ ਚਿਤਵਦੀ ਰਹਿੰਦੀ ਆ ਕਿ ਕਦੋਂ ਦਿਨਿਅਰ ਭਾਵ ਸੂਰਜ ਚੜੇ ਦਿਨ ਚੜੇ ਤੇ ਮੈਂ ਆਪਣੇ ਪਿਆਰੇ ਪਤੀ ਚੱਕਵੇ ਨੂੰ ਵੇਖਣਾ ਕਰਾਂ। ਇਸੇ ਪ੍ਰਕਾਰ ਹੀ ਚੱਕਵੀ ਦੀ ਨਿਆਈ ਜਗਿਆਸੂ ਰੂਪ ਇਸਤਰੀ ਗੁਰੂ ਰੂਪ ਸੂਰਜ ਦੇ ਨਾਲ ਪ੍ਰੇਮ ਕਰਕੇ ਬਹੁਤ ਆਸਾ ਲਾ ਕੇ ਮਨ ਵਿੱਚ ਚਿਤਵਦੀ ਰਹਿੰਦੀ ਆ ਕਿ ਕਦੋਂ ਗਿਆਨ ਰੂਪੀ ਦਿਨ ਚੜ੍ਹੇਗਾ ਅਤੇ ਆਪਣੇ ਗੁਰੂ ਰੂਪ ਸੂਰਜ ਦੇ ਦਰਸ਼ਨ ਵੇਖਣਾ ਕਰਾਂ। ਕੋਕਿਲ ਅੰਬ ਪਰੀਤ ਚਵੈ ਸੁਹਾਵੀਆ ਮਨ ਹਰ ਰੰਗ ਕੀਜੀਐ। ਜਿਸ ਪ੍ਰਕਾਰ ਕੋਇਲ ਅੰਬਾਂ ਦੇ ਬੂਰ ਨੂੰ ਖਾ ਕੇ ਪ੍ਰੀਤੀ ਪੂਰਵਕ ਸੋਹਣੀ ਭਾਵ ਸ਼ੋਭਨਿਕ ਧੁਨਾਂ ਦੇ ਨਾਲ ਵੈਰਾਗ ਦੇ ਬਚਨ ਚਵੈ ਬੋਲਦੀ ਹੈ, ਉਸੇ ਪ੍ਰਕਾਰ ਜਗਿਆਸੂ ਰੂਪ ਕੋਕਲ ਭਾਵ ਕੋਇਲ ਮਹਾਤਮਾ ਦੇ ਵੈਰਾਗ ਰੂਪੀ ਰਸਾਲ ਬਾਗ ਵਿੱਚੋਂ ਪ੍ਰੀਤੀ ਰੂਪ ਬੂਰ ਖਾ ਕੇ ਸੁੰਦਰ ਬਚਨ ਬੋਲਦੀ ਹੈ। ਮਨ ਹਰ ਰੰਗ ਕੀਜੀਐ ਤੇ ਮਨ ਨੂੰ ਸੰਤਾਂ ਦੀ ਸੰਗਤ ਵਿੱਚ ਮਿਲ ਕੇ ਸੰਤਾਂ ਦੇ ਉਪਦੇਸ਼ ਰੂਪੀ ਅੰਬਰ ਮੋਰ ਨੂੰ ਭੁੱਖ ਕਰਕੇ ਬਿਰਤੀ ਰੂਪ ਕੋਇਲ ਨਾਲ ਪਰਮੇਸ਼ਰ ਦੀ ਪ੍ਰੀਤੀ ਵਾਲੇ ਸ਼ੋਭਨੀਕ ਬਚਨ ਬੋਲੇ ਤਾਂ ਮਨ ਚਿੱਤ ਕਰਕੇ ਹਰ ਪਰਮੇਸ਼ਰ ਨਾਲ ਰੰਗ ਪ੍ਰੇਮ ਕਰਦੀ ਹੈ। ਹਰ ਪ੍ਰੀਤ ਕਰੀਜੈ ਮਾਨ ਨ ਕੀਜੈ ਇੱਕ ਰਾਤੀ ਕੇ ਹੱਬ ਪਾਹੁਣਿਆ। ਹੇ ਭਾਈ, ਪਰਮੇਸ਼ਰ ਦੇ ਨਾਲ ਪ੍ਰੀਤੀ ਕਰੀਏ, ਆਪਣੇ ਸਾਧਨਾਂ ਦਾ ਗੁਣਾਂ ਦਾ ਮਾਣ ਹੰਕਾਰ ਨਾ ਕਰੀਏ। ਇੱਥੇ ਸੰਸਾਰ ਵਿੱਚ ਸਾਰੇ ਜੀਵ ਇੱਕ ਅਵਸਥਾ ਉਮਰ ਰੂਪੀ ਰਾਤ ਦੇ ਹੀ ਪ੍ਰਾਹੁਣੇ ਆ, ਸਭ ਨੇ ਉੱਠ ਕੇ ਚਲੇ ਜਾਣਾ। ਅਬ ਕਿਆ ਰੰਗ ਲਾਇਓ ਮੋਹ ਰਚਾਇਓ ਨਾਗੇ ਆਵਣ ਜਾਵਣਿਆ। ਹੇ ਭਾਈ, ਅਬ ਹੁਣ ਇਸ ਕਾਲ ਵਿੱਚ ਤੂੰ ਮਨੁੱਖਾ ਜਨਮ ਪਾ ਕੇ ਕੀ ਵਿਸ਼ਿਆਂ ਨਾਲ ਰੰਗ ਪ੍ਰੇਮ ਲਗਾਇਆ ਤੇ ਕੀ ਇਹ ਸਰੀਰਾਂ ਦਾ ਜਾਂ ਸੰਬੰਧੀਆਂ ਨਾਲ ਮੋਹ ਰਚਾਈ ਬੈਠਾ ਹੈ। ਸੰਸਾਰ ਦੇ ਵਿੱਚ ਨੰਗਾ ਭਾਵ ਬਸਤਰਾਂ ਤੋਂ ਹੀਣਾ ਆਇਆ ਸੀ ਤੇ ਪਰਲੋਕ ਨੂੰ ਬਸਤਰਾਂ ਤੋਂ ਹੀਣਿਆਂ ਨੇ ਹੀ ਜਾਣਾ ਹੈ। ਇਸ ਦੁਨੀਆ ਵਿੱਚ ਖਾਲੀ ਆਏ ਸੀ ਤੇ ਖਾਲੀ ਹੀ ਚਲੇ ਜਾਣਾ ਅੰਤ ਨੂੰ। ਸੋ ਧਨ ਪਦਾਰਥ ਆਦਿ ਵਿੱਚੋਂ ਕੁਝ ਵੀ ਨਾਲ ਲੈ ਕੇ ਨਹੀਂ ਜਾਣਾ। ਭੈਰੋ ਰਾਗ ਵਿੱਚ ਭਗਤ ਕਬੀਰ ਸਭ ਕਿਰਪਾ ਕਰਦੇ ਹਨ। ਨਾਂਗੇ ਆਵਨ ਨਾਂਗੇ ਜਾਨਾ ਕੋਈ ਨ ਰਹਿ ਹੈ ਰਾਜਾ ਰਾਣਾ। ਸਾਰੰਗ ਦੀ ਵਾਰ ਵਿੱਚ ਸਤਿਗੁਰੂ ਕਿਰਪਾ ਕਰਦੇ ਆ। ਨਾਂਗੇ ਆਵਣਾ ਨਾਂਗੇ ਜਾਣਾ ਹਰ ਹੁਕਮ ਪਾਇਆ ਕਿਆ ਕੀਜੈ। ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੈ ਸਿਉ ਕੀਜੈ। ਥਿਰ ਸਾਧੂ ਸਰਣੀ ਪੜੀਐ ਚਰਣੀ ਅਬ ਟੂਟਸ ਮੋਹ ਜੋ ਕੀਤੀਐ। ਇਸ ਕਰਕੇ ਸਾਧੂ ਸ੍ਰੇਸ਼ਟ ਜਨਾਂ ਦੀ ਸਰਣੀ ਓਟ ਲੈ ਕੇ ਇਸਤਤ ਰੂਪ ਵਾਹਿਗੁਰੂ ਦੇ ਚਰਣੀ ਪੈਰੀ ਪੜੀਐ ਪੈਣਾ ਕਰੀਏ। ਅਬ ਟੂਟਸ ਹੁਣ ਕਹਿੰਦੇ ਇਹ ਜਿਹੜੀ ਹੁਣ ਮਾਇਆ ਦਾ ਸੰਬੰਧੀਆਂ ਆਦਿ ਦਾ ਮੋਹ ਸਨੇਹ ਧਾਰਨ ਕੀਤਾ ਹੋਇਆ ਹੈ, ਤਬ ਇਹ ਟੂਟਸ ਟੁੱਟ ਜਾਵੇਗਾ। ਕਹੋ ਨਾਨਕ ਸੰਤ ਦਇਆਲ ਪੁਰਖ ਕੇ ਮਨ ਹਰ ਲਾਏ ਪ੍ਰੀਤ ਕਬ ਦਿਨੀਅਰ ਦੇਖੀਐ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ, ਇਸ ਕਰਕੇ ਦਿਆਲੂ ਪੁਰਖ ਪੂਰਨ ਪਰਮੇਸ਼ਰ ਦੇ ਸ਼ੰਤ ਜਸ ਨੂੰ ਉਚਾਰਨ ਕਰਕੇ ਅਤੇ ਆਪਣੇ ਮਨ ਚਿੱਤ ਨੂੰ ਪਰਮੇਸ਼ਰ ਦੀ ਪ੍ਰੀਤ ਸਨੇਹ ਜਾਂ ਲਗਨ ਵਿੱਚ ਲਾ ਕੇ ਕਦੇ ਤਾਂ ਬ੍ਰਹਮ ਰੂਪ ਸੂਰਜ ਦੇ ਦਰਸ਼ਨਾਂ ਨੂੰ ਦੇਖਣਾ ਕਰ। ਨਿਸਕੁਰੰਕ ਜੈਸੇ ਨਾਦ ਸੁਣ ਸ਼ਰਵਣੀ ਹੀ ਡਿਵੈ, ਮਨ ਐਸੀ ਪ੍ਰੀਤ ਕੀਜੈ। ਜਿਸ ਪ੍ਰਕਾਰ ਕੁਰੰਕ ਹੁੰਦਾ ਮਿਰਗ ਹਿਰਨ ਨਿਸ ਰਾਤ ਨੂੰ ਹੇੜੇ ਘੰਡੇ ਹੇੜੇ ਦਾ ਨਾਦ ਕੰਨਾਂ ਨਾਲ ਸਰਵਣ ਕਰਕੇ ਆਪਣਾ ਹੀ ਉਹ ਹਿਰਦਾ ਦੇ ਡਿਵੈ ਦਿੰਦਾ ਹੈ। ਹੇ ਮੇਰੇ ਮਨਾ, ਇਹੋ ਜਿਹੀ ਪ੍ਰੀਤੀ ਪਰਮੇਸ਼ਰ ਦੇ ਨਾਲ ਕਰਨਾ ਕਰ। ਇਸੇ ਪ੍ਰਕਾਰ ਹੈ ਜਿਗਿਆਸੂ ਰੂਪ ਹਿਰਨ ਗੁਰਾਂ ਦੇ ਸ਼ਬਦ ਰੂਪ ਨਵਾਜੇ ਨੂੰ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣ ਕੇ ਆਪਣੇ ਹਿਰਦੇ ਨੂੰ ਸਤਿਗੁਰਾਂ ਦੇ ਅੱਗੇ ਭੇਟਾ ਦੇਣਾ ਕਰ। ਸਤਿਗੁਰੂ ਅੱਗੇ ਕਿਰਪਾ ਕਰਦੇ। ਜੈਸੀ ਤਰਨ ਪਧਾਰ ਉਰਜੀ ਪਿਰਹਿ ਸਿਵੈ, ਇਹ ਮਨ ਲਾਲ ਦੀਜੈ। ਜਿਸ ਪ੍ਰਕਾਰ ਪਤੀ ਵਰਤਾ ਧਰਮ ਵਾਲੀ ਸਤਵੰਤੀ ਜਵਾਨ ਇਸਤਰੀ ਆਪਣੇ ਪਧਾਰ ਪਤੀ ਤੋਂ ਬਿਨਾਂ ਬਾਕੀ ਸਾਰਿਆਂ ਪੁਰਖਾਂ ਨੂੰ ਇਸਤਰੀ ਦੀ ਨਿਆਈ ਸਮਝਦੀ ਹੈ, ਉਹ ਹਰ ਵਕਤ ਪ੍ਰੇਮ ਦੇ ਸਹਿਤ ਪਿਰਹਿ ਪਤੀ ਦੀ ਸਿਵੈ ਸੇਵਾ ਵਿੱਚ ਉਲਝੀ ਰਹਿੰਦੀ ਆ। ਸੋ ਇਸੇ ਪ੍ਰਕਾਰ ਸ਼ੌਕ ਅਵਸਥਾ ਰੂਪੀ ਤਰਨ ਜਵਾਨ ਜਗਿਆਸੂ ਰੂਪ ਇਸਤਰੀ ਦੀ ਚਿੱਤ ਦੀ ਬਿਰਤੀ ਪਧਾਰ ਪਤੀ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦੀ, ਸਗੋਂ ਹਰ ਵਕਤ ਪਰਮੇਸ਼ਰ ਦੀ ਭਗਤੀ ਰੂਪ ਸੇਵਾ ਵਿੱਚ ਉਲਝੀ ਰਹਿੰਦੀ ਆ। ਇਸੇ ਤਰ੍ਹਾਂ ਇਹ ਮਨ ਹਿਰਦੇ ਨੂੰ ਵੀ ਲਾਲ ਪਿਆਰੇ ਪਰਮੇਸ਼ਰ ਦੀ ਭੇਟਾ ਕਰ ਦੇਈਏ। ਮਨ ਲਾਲਹਿ ਦੀਜੈ ਭੋਗ ਕਰੀਜੈ, ਹੱਬ ਖੁਸ਼ੀਆ ਰੰਗ ਮਾਣੇ। ਪਿਆਰੇ ਪਰਮੇਸ਼ਰ ਨੂੰ ਹਿਰਦਾ ਦੇ ਕੇ ਫਿਰ ਅਭੇਦ ਨਿਸ਼ਚੇ ਰੂਪ ਅਪਰੋਖ ਗਿਆਨ ਦੀ ਪ੍ਰਾਪਤੀ ਰੂਪ ਆਨੰਦ ਨੂੰ ਭੋਗ ਮਾਨਣਾ ਕਰੀਏ ਅਤੇ ਹੱਬ ਸਭ ਪ੍ਰਕਾਰ ਦੀਆਂ ਸਲੋਕ ਸਮੀਪ ਸਜੋਜ ਸਰੂਪ ਖੁਸ਼ੀਆਂ ਤੇ ਰੰਗ ਆਨੰਦ ਸਰੂਪ ਦੇ ਸੁੱਖ ਨੂੰ ਮਾਨਣਾ ਕਰੀਏ। ਫਿਰ ਆਪਣਾ ਪਾਇਆ ਰੰਗ ਲਾਲ ਬਣਾਇਆ, ਅਤ ਮਿਲਿਓ ਮਿੱਤਰ ਚਰਾਣੇ। ਜਿਨ੍ਹਾਂ ਨੇ ਆਪ ਦਾ ਫਿਰ ਪਤੀ ਅਕਾਲ ਪੁਰਖ ਪਾਲਿਆ ਹੈ, ਉਹਨਾਂ ਨੇ ਲਾਲ ਪਿਆਰੇ ਵਾਹਿਗੁਰੂ ਦੇ ਨਾਲ ਪ੍ਰੇਮ ਬਣਾਇਆ ਭਾਵ ਬਣਾ ਲਿਆ, ਜਿਸ ਕਰਕੇ ਉਹਨਾਂ ਨੂੰ ਚਿਰਾਣੇ ਪੁਰਾਤਨ ਭਾਵ ਚਿਰੰਕਾਲ ਦਾ ਵਿਛੜਿਆ ਹੋਇਆ ਅਤਿਅੰਤ ਪਿਆਰਾ ਮਿੱਤਰ ਸੱਜਣ ਪਰਮੇਸ਼ਰ ਮਿਲ ਪਿਆ ਹੈ। ਅਤ ਅਤਿਅੰਤ ਚਿਰਾਣੇ ਅਨਾਦੀ ਮਿੱਤਰ ਵਾਹਿਗੁਰੂ ਮਿਲਿਆ ਹੈ। ਗੁਰ ਥੀਆ ਸਾਖੀ ਤਾ ਡਿਠਮ ਆਖੀ, ਫਿਰ ਜੇਹਾ ਅਵਰ ਨ ਦੀਸੈ। ਜਿਸ ਵੇਲੇ ਸਤਿਗੁਰੂ ਜੀ ਗਵਾਹੀ ਉਗਾਹੀ ਦੇਣ ਵਾਲੇ ਹੋਏ, ਸਿੱਖਿਆ ਦੇਣ ਵਾਲੇ ਹੋਏ, ਤਾਂ ਪਤੀ ਪਰਮੇਸ਼ਰ ਨੂੰ ਮਨ ਬੁੱਧ ਰੂਪੀ ਜਾਂ ਵਿਰਾਗ ਵਿਵੇਕ ਰੂਪੀ ਅੱਖਾਂ ਦੇ ਨਾਲ ਡਿਠਮ ਵੇਖ ਲਿਆ। ਜਿਸ ਫਿਰ ਪਤੀ ਪਰਮੇਸ਼ਰ ਵਰਗਾ ਹੋਰ ਕੋਈ ਵੀ ਦਿਸਦਾ ਨਹੀਂ ਹੈ। ਕਹੁ ਨਾਨਕ ਸੰਤ ਦਇਆਲ ਮੋਹਨ ਕੇ, ਮਨ ਹਰ ਚਰਨ ਗਹੀਜੈ, ਐਸੀ ਮਨ ਪ੍ਰੀਤ ਕੀਜੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੋਹਿਤ ਕਰਨ ਵਾਲੇ ਦਿਆਲੂ ਪਰਮੇਸ਼ਰ ਦੇ ਸ਼ੰਤ ਜਸ ਨੂੰ ਉਚਾਰਨ ਕਰ। ਹੇ ਮੇਰੇ ਮਨਾ, ਹਰ ਪਰਮੇਸ਼ਰ ਦੇ ਚਰਨਾਂ ਕਮਲਾਂ ਨੂੰ ਹਿਰਦੇ ਰੂਪੀ ਅਸਥਾਨ ਵਿੱਚ ਪ੍ਰੇਮ ਰੂਪੀ ਹੱਥਾਂ ਨਾਲ ਗਹੀਜੈ ਪਕੜਨਾ ਕਰ। ਐਸੀ ਕੀਏ ਇਹੋ ਜਿਹੀ ਮਨ ਚਿੱਤ ਵਿੱਚ ਪ੍ਰੀਤੀ ਧਾਰਨਾ ਕਰ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।